ਬਾਬਾ ਫਰੀਦ ਆਪਣੇ ਆਪ ਨੂੰ ਇੰਝ ਸਮਝਾਉਂਦੇ ਨੇ, ਫਰੀਦਾ ਕਿੱਥੇ ਤੈਡੇ ਮਾਂ ਪਿਆ, ਜੇ ਨਹੀਂ ਤੂੰ ਜਣਿਆ। ਕੱਲ ਤੇ ਤੇਰੀ ਮਾਂ ਹੈ ਸੀ, ਅੱਜ ਕੋਈ ਨਹੀਂ। 5 ਸਾਲ ਤੇ ਪਿਤਾ ਹੈ ਸੀ, ਅੱਜ ਕੋਈ ਨਹੀਂ। 10 ਸਾਲ ਪਹਿਲੇ ਮਾਂ ਹੈ ਸੀ, ਅੱਜ ਕੋਈ ਨਹੀਂ। ਫਰੀਦਾ ਕਿੱਥੇ ਤੈਡੇ ਮਾਂ ਪਿਆ, ਜੇ ਨਹੀਂ ਤੂੰ ਜਣਿਆ। ਤੈਂ ਪਾਸੋਂ ਲੱਦ ਗਏ ਤੂੰ ਅਜੇ ਨਾ ਪਤੀਣਿਆ। ਮਨ ਭਟਕਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ। ਯਾਦਾਂ ਦੁੱਖ ਸੁੱਖ ਦੀਆਂ ਹੁੰਦੀਆਂ। ਕੁਝ ਮਿਲਿਆ ਸੀ, ਮਿਲ ਕੇ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ। ਵਿਛੜ ਗਿਆ, ਵਿਛੜ ਕੇ ਚੋਟ ਲੱਗੀ, ਯਾਦ ਆਉਂਦੀ ਹੈ। ਮਨ ਚਲਾ ਜਾਂਦਾ ਹੈ ਚਿੰਤਾ ਵਿੱਚ, ਭਵਿਸ਼ ਦੀ ਚਿੰਤਾ, ਆਉਣ ਵਾਲੇ ਸਮੇਂ ਦੀ ਚਿੰਤਾ। ਹੁਣ ਜੋ ਮਿਲਿਆ ਹੋਇਆ ਹੈ ਕਿਧਰੇ ਵਿਛੜ ਨਾ ਜਾਏ। ਔਰ ਹੁਣ ਜੋ ਕੁਛ ਮੈਂ ਚਾਹਨਾ ਕਿਧਰੇ ਐਸਾ ਨਾ ਹੋਵੇ ਕਿ ਨਾ ਮਿਲੇ, ਨਾ ਮਿਲੇ। ਚਿੰਤਾ। ਜੋ ਕੁਛ ਮਿਲਿਆ ਹੋਇਆ ਹੈ ਕਿਧਰੇ ਐਸਾ ਨਾ ਹੋਵੇ ਚਲਾ ਜਾਏ, ਚਿੰਤਾ। ਜੋ ਕੁਛ ਮੈਂ ਚਾਹਨਾ ਐਸਾ ਨਾ ਹੋਵੇ ਕਿਧਰੇ ਨਾ ਮਿਲੇ, ਚਿੰਤਾ। ਮਨ ਜਾਂ ਤੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਾਹੁੰਦਾ ਹੈ, ਦੁੱਖ ਸੁੱਖ ਦੇ ਚਾਹੁੰਦਾ ਹੈ, ਜਾਂ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਾਹੁੰਦਾ ਹੈ। ਹੁਣ ਜੋ ਕੁਛ ਹੈ, ਹੁਣ ਇਹ ਜੀਵਨ ਹੈ, ਕਿਧਰੇ ਚਲਾ ਨਾ ਜਾਏ। ਕਬੀਰ ਸਮਝਾਉਂਦੇ ਨੇ, ਪਾੜੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਕਿਹੜੇ ਚੱਕਰਾਂ 'ਚ ਪਿਆ ਤੂੰ? ਜੋ ਪੜੋਸੀ ਦੇ ਘਰ ਹੋਇਆ ਤੇਰੇ ਨਾਲ ਵੀ ਹੋਣਾ। ਕਿਹੜੇ ਚੱਕਰਾਂ 'ਚ ਪਿਆ ਤੂੰ? ਤੂੰ ਕਿਤਨਾ ਵੀ ਆਪਣੇ ਆਪ ਨੂੰ ਸਮਝਾ ਲੈ, ਪੜੋਸੀ ਨਾਲ ਹੋਇਆ ਮੇਰੇ ਨਾਲ ਨਹੀਂ ਹੋਣਾ। ਉਹਦੀ ਅਰਥੀ ਉੱਠੀ ਹੈ, ਮੇਰੀ ਨਹੀਂ ਉੱਠੇਗੀ। ਉਹ ਬੁੱਢਾ ਹੋਇਆ ਮੈਂ ਨਹੀਂ ਆਵਾਂਗਾ। ਕਬੀਰ ਕਹਿੰਦੇ ਨੇ ਇਸ ਚੱਕਰ 'ਚ ਪੈ ਹੀ ਨਾ। ਪੜੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਕਹਿੰਦੇ ਨੇ ਮਨ ਟਿਕ ਗਿਆ, ਮਨ ਭਗਵਾਨ ਵਿੱਚ ਟਿਕ ਗਿਆ, ਸਮਾਂ ਮਿਟ ਗਿਆ, ਕਾਲ ਮਿਟ ਗਿਆ। ਇਸੇ ਨੂੰ ਟਿਕਾਓ ਕਹਿੰਦੇ ਨੇ। ਹੋਰ ਮਨ ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਨਹੀਂ ਟਿਕੇਗਾ। ਨਾ ਪਰਿਵਾਰ ਵਿੱਚ ਟਿਕੇਗਾ, ਨਾ ਕਾਰੋਬਾਰ ਵਿੱਚ ਟਿਕੇਗਾ, ਨਾ ਪਦਾਰਥਾਂ ਵਿੱਚ ਟਿਕੇਗਾ। ਕੋਈ ਵੀ ਮਨੋਰੰਜਨ ਹੋਵੇ ਉਹ ਉਤਨੇ ਚਿਰ ਤੱਕ ਹੀ ਮਨ ਦਾ ਪਰਚਾਵਾ ਹੋ ਸਕਦਾ ਹੈ ਜਿਤਨੇ ਚਿਰ ਤੱਕ ਮਨ ਦੀ ਦੁਨੀਆ 'ਚ ਉਹ ਪੁਰਾਣਾ ਨਹੀਂ ਹੋਇਆ। ਤੇ ਪੁਰਾਣੇ ਤੇ ਨਵੇਂ ਦਾ ਫਾਸਲਾ ਕਿਤਨਾ ਹੈ ਪਤਾ ਹੈ? ਜੋ ਨਹੀਂ ਦੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਹੰਡਾਇਆ ਨਵਾਂ ਹੈ, ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਨਵੇਂ ਪੁਰਾਣੇ ਦਾ ਕੋਈ ਬਹੁਤ ਫਾਸਲਾ ਨਹੀਂ ਹੈ। ਤੇ ਮਨ ਨੂੰ ਨਿਤ ਨਵਾਂ ਚਾਹੀਦਾ ਹੈ, ਪੁਰਾਣੇ ਨਾਲ ਸਹਿਮਤ ਨਹੀਂ ਹੁੰਦਾ। ਚਲੋ ਇੱਕ ਉਦਾਹਰਣ ਮੈਂ ਦੇ ਦਿਆਂ। ਇੱਕ ਮਹਾਨ ਕਵੀ ਹੋਵੇ ਤੇ ਉਹਦੀ ਕਵਿਤਾ ਬੜੀ ਬੁਲੰਦ ਪਾਇਆ ਹੋਵੇ, ਉਹ ਤੁਹਾਨੂੰ ਇੱਕ ਦਫਾ ਸੁਣਾਵੇ, ਬੜਾ ਰਸ ਆ ਗਿਆ। ਸਾਰੇ ਕਹਿੰਦੇ ਨੇ ਬੜਾ ਰਸ ਆਇਆ, ਬੜਾ ਆਨੰਦ ਆਇਆ। ਕਵਿਤਾ 'ਚ ਬੜੀ ਜਾਨ ਸੀ, ਕਵਿਤਾ 'ਚ ਬੜੀ ਗੱਲ ਸੀ। ਸਾਰਿਆਂ ਨੂੰ ਰਸ ਵਿਭੋਰ ਦੇਖ ਕੇ ਜੇ ਉਹ ਕਵੀ ਕਹਿ ਦੇਵੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ, ਕਿਉਂਕਿ ਤੁਹਾਨੂੰ ਰਸ ਆ ਰਿਹਾ, ਇਸ ਵਾਸਤੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ। ਯਕੀਨ ਜਾਣੋ ਅੱਧਾ ਰਸ ਖੋ ਗਿਆ, ਖੋ ਗਿਆ, ਅੱਧਾ ਖੋ ਗਿਆ। ਪਰ ਉਹ ਕਵੀ ਜ਼ਰਾ ਢੀਠ ਕਿਸਮ ਦਾ ਹੋਵੇ ਤੇ ਆਖੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਣੀ ਹੈ, ਤੀਜੀ ਦਫਾ। ਕਈ ਸੋਚਣਗੇ ਬੰਦਾ ਠੀਕ ਠਾਕ ਵੀ ਹੈ ਕਿ ਨਹੀਂ। ਇੰਜ ਕਹਿ ਲਓ 90% ਰਸ ਖੋ ਗਿਆ। ਤੇ ਜੇ ਉਹ ਹੁਣ ਆਖੇ ਕਿਉਂਕਿ ਤੁਸੀਂ ਬੜੇ ਟਿਕਾਓ ਨਾਲ ਪਏ ਸੁਣਦੇ, ਹੁਣ ਮੈਂ ਤੁਹਾਨੂੰ ਚੌਥੀ ਦਫਾ ਸੁਣਾਣਾ, ਰਸ ਬਿਲਕੁਲ ਖੋ ਗਿਆ। ਤੇ ਜੇ ਕਿਧਰੇ ਉਸਨੇ ਕਹਿ ਦਿੱਤਾ ਹੁਣ ਮੈਂ ਤੁਹਾਨੂੰ 5ਵੀਂ ਦਫਾ ਸੁਣਾਣਾ, ਸਾਰਿਆਂ ਨੇ ਕਹਿਣਾ ਦੀਵਾਰਾਂ ਨੂੰ ਸੁਣਾ ਸੀ ਚਲੇ, ਪਾਗਲ ਲੱਗਦਾ ਕਿਧਰੇ, ਹੱਦ ਹੋ ਗਈ। ਪਹਿਲੇ ਮਹਾਕਵੀ ਤੇ ਮਹਾਕਵੀ ਤਾਂ ਹੁਣ ਪਾਗਲ। ਮਹਾਕਵੀ ਸੀ, ਕਵਿਤਾ ਨਵੀਂ ਪ੍ਰਤੀਤ ਹੋਈ।
5 ਦਫਾ ਸੁਣਨ ਨਾਲ ਬਿਲਕੁਲ ਪੁਰਾਣੀ ਹੋ ਗਈ, ਬਿਲਕੁਲ ਪੁਰਾਣੀ, ਸਭ ਕੁਝ ਖੋ ਗਿਆ। ਸੰਸਾਰ ਵਿੱਚ ਐਸਾ ਕੁਝ ਵੀ ਨਹੀਂ ਜੋ ਪੁਰਾਣਾ ਨਾ ਹੋਵੇ। ਕਿਧਰੇ ਵੀ ਮਨ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਜੋ ਨਹੀਂ ਮਿਲਿਆ ਨਵਾਂ ਹੈ, ਮਿਲਦਿਆਂ ਹੀ ਪੁਰਾਣਾ ਹੋ ਜਾਂਦਾ। ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਜਾਂਦਾ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਮਨ ਨੂੰ ਨਿਤ ਨਵਾਂ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਹੈ ਕਦੇ ਪੁਰਾਣਾ ਨਹੀਂ ਹੁੰਦਾ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ। ਭਗਤ ਕਹਿੰਦੇ ਨੇ, ਇੱਕ ਦਿਨ ਦੀ ਗੱਲ ਨਹੀਂ, 1 ਸੈਕਿੰਡ ਪਹਿਲੇ ਜੋ ਰਸ ਆਇਆ ਹੈ, ਦੂਜੇ ਸੈਕਿੰਡ ਵਿੱਚ ਉਹ ਰਸ ਹੋ ਰਿਹਾ, ਤੀਜੇ ਸੈਕਿੰਡ ਵਿੱਚ ਰਸ ਹੋ ਰਿਹਾ, ਔਰ ਉਹ ਰਸ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਉਹ ਸਾਹਿਬ ਨਿਤ ਨਵਾਂ ਹੈ, ਨਿਤ ਨਵਾਂ ਹੈ। ਕਿਸੇ ਵੀ ਕਵਿਤਾ ਨੂੰ, ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ, ਬਾਰ-ਬਾਰ ਸੁਣਨ ਨਾਲ ਰਸ ਖੋ ਜਾਏਗਾ। ਪਰ ਬਾਰ-ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਕਿਉਂ? ਉਹ ਸਾਹਿਬ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਕਿਉਂਕਿ ਸਾਹਿਬ ਪਦਾਰਥ ਨਹੀਂ ਹੈ, ਪਰਮਾਤਮਾ ਹੈ, ਨਿਤ ਨਵਾਂ ਹੈ। ਸਤ ਪਰਮੇਸ਼ਰ ਨਿਤ ਨਵਾਂ। ਜੋ ਪੁਰਾਣਾ ਹੋ ਜਾਂਦਾ, ਇਸ ਦਾ ਤੇ ਬੋਧ ਹੈ ਥੋੜਾ ਬਹੁਤ। ਕੁਝ ਚੋਟੀ ਦੇ ਮਹਾਨ ਸ਼ਾਇਰਾਂ ਨੇ ਖੁਦਕਸ਼ੀ ਵੀ ਕਰ ਲਈ, ਜੈਸੇ ਨੰਦ ਲਾਲ ਨੂਰਪੁਰੀ ਨੇ। 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ, ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ, ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ। ਅੰਮ੍ਰਿਤਸਰ ਦਾ ਵਾਸੀ, ਬੜਾ ਵੱਡਾ ਚਿੱਤਰਕਾਰ, ਬੜਾ ਮਹਾਨ ਕਵੀ, ਕਵੀ ਦਰਬਾਰਾਂ ਦੀ ਰੌਣਕ, ਸਾਰੇ ਸਮਝਦੇ ਸਨ। ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ। ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ, ਕਿਉਂਕਿ ਦਾਸ ਧੰਨ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ ਹੈ, ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਨੂੰ। ਗੱਲ ਨਾਲ ਮੈਨੂੰ ਪਹਿਲੇ ਇਹ ਲਾਂਦਾ ਸੀ। ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ, ਜਦ ਮੈਂ ਪਹੁੰਚਿਆ, ਮੈਂ ਕਿਹਾ ਹੱਦ ਹੋ ਗਈ। ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ, ਬਾਕੀ ਤੇ ਮਿਲੇ। ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ, ਕਿਉਂਕਿ ਦੂਜੇ ਦਿਨ ਕਵੀ ਦਰਬਾਰ ਸੀ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ। ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ, ਉਸੇ ਰਾਗ ਦੇ ਗਾਣਾ ਹੁੰਦਾ ਹੈ। 30-35 ਜਥੇ ਪਹੁੰਚਦੇ ਨੇ, ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ, ਸ਼ਹਿਰਾਂ ਤੋਂ। ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ ਹੈ, 30-35 ਕਵੀ ਵੀ ਪਹੁੰਚਦੇ ਨੇ ਚੋਟੀ ਦੇ। ਮੈਂ ਦੇਖ ਕੇ ਦੰਗ ਰਹਿ ਗਿਆ, ਉਹਨਾਂ ਕਵੀਆਂ 'ਚ ਰੋਸ਼ਨ ਕੋਈ ਨਹੀਂ ਸੀ। ਨਿਰਵੈਰ ਇੱਕ ਕਵੀ ਦਿੱਲੀ ਦਾ, ਮੈਂ ਉਹਨੂੰ ਪੁੱਛ ਲਿਆ, ਮੈਂ ਕਿਹਾ ਤੁਹਾਡਾ ਮਿੱਤਰ ਕਿੱਥੇ ਹੈ? ਕਹਿੰਦਾ ਮਿੱਤਰ ਤੇ ਤੁਹਾਡਾ ਸੀ, ਤੁਹਾਨੂੰ ਨਹੀਂ ਪਤਾ। ਉਹਨੇ ਆਪਣੇ ਮਕਾਨ ਦੀ 4ਥੀ ਮੰਜ਼ਿਲ ਤੋਂ ਗਿਰ ਕੇ ਖੁਦਕਸ਼ੀ ਕੀਤੀ, ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ? ਮੈਂ ਕਿਹਾ ਕੁਝ ਦਿਨਾਂ ਤੋਂ ਮੈਨੂੰ ਕਹਿੰਦਾ ਸੀ ਜ਼ਿੰਦਗੀ ਦੀ ਰਿਪੀਟੇਸ਼ਨ ਹੈ, ਕੁਝ ਵੀ ਨਹੀਂ, ਪੁਨਰੁਕਤੀ ਹੈ। ਜਿਵੇਂ ਬਾਰ-ਬਾਰ ਸਵਾਸ ਲੈ ਰਹੇ ਹਾਂ, ਬਾਰ-ਬਾਰ ਖਾਈ ਜਾਓ, ਸਵੇਰੇ ਖਾ ਲਓ, ਸ਼ਾਮੀ ਖਾ ਲਓ, ਬਾਰ-ਬਾਰ ਪੀ ਜਾਓ, ਬਾਰ-ਬਾਰ ਸੌਣਾ ਹੈ, ਬਾਰ-ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕੀਨ ਜੀ, ਮੈਂ ਉਕਤਾ ਗਿਆ, ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਮੈਂ ਕਿੱਥੇ ਤੱਕ ਰਿਪੀਟ ਕਰਾਂ? ਸਵੇਰੇ ਖਾ ਲਵਾਂ, ਸ਼ਾਮੀ ਫਿਰ ਖਾ ਲਵਾਂ, ਸੋ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੋ ਜਾਵਾਂ, ਇੱਥੇ ਉਹੀ ਕੁਝ ਕਰ ਰਹੇ ਹਾਂ, ਉਹੀ ਕੁਝ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਇੰਜ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਤਗੜਾ ਸੀ। ਕਹਿੰਦਾ ਸੀ ਮੈਂ ਇਸ ਰੈਪੂਟੇਸ਼ਨ ਵਿੱਚ ਨਹੀਂ ਜੀਵਣਾ, ਇਸ ਪੁਨਰੁਕਤੀ ਵਿੱਚ ਨਹੀਂ ਜੀਵਣਾ।
ਮੈਂ ਕਿ ਠੀਕ ਹੈ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ ਉਦਾਸ ਹੋ ਜਾਂਦੇ ਨੇ। ਮੈਂ ਕਿ ਸ਼ਾਇਰਾਂ ਦਾ ਸੁਭਾਅ ਹੁੰਦਾ ਹੈ, ਕਵੀਆਂ ਦਾ ਸੁਭਾਅ ਹੁੰਦਾ ਹੈ। ਮੈਂ ਕਦੀ ਸੁਪਨੇ 'ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕਸ਼ੀ ਕਰ ਦੇਣੀ। ਕਦੀ ਇਸ ਤਰੀਕੇ ਨਾਲ ਆંકੜੇ ਇਕੱਠੇ ਕਰੋਗੇ, ਦੁਨੀਆ ਦੇ ਬੜੇ ਬੜੇ ਚਿੰਤਕ, ਦਾਰਸ਼ਨਿਕ, ਫਿਲਾਸਫਰ, ਕਵੀ, ਕਮ ਸੇ ਕਮ 10% ਨੇ ਖੁਦਕਸ਼ੀ ਕੀਤੀ, ਆਤਮ ਹੱਤਿਆ ਕੀਤੀ। हैरानगी आती है, ऐसा क्यों? वो कहते ने बार बार ਉਹੀ कुछ मन इत्थे नहीं टिकता, नहीं टिकता। रायपुर कवि दरबार सी ते मैं कहा चलो रोशन जी, कहने लगे हुण कवि दरबारां च भी जाण नूं मन नहीं करता। ਉਹੀ संगत, ਉਹੀ कवितावां, ਉਹੀ ਮਾਹੌਲ, ਉਹੀ ਲੋਕਾਂ ਦੀ ਵਾਹ-ਵਾਹ, ਉਹੀ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਾਲ ਕੀਤਾ, ਕਮਾਲ ਕੀਤਾ, ਕਮਾਲ ਕੀਤਾ। ਕਹਿੰਦਾ ਸੁਣ ਸੁਣ ਕੇ ਤੇ ਮੈਂ ਤੰਗ ਆ ਗਿਆ। ਉਹੀ ਕੁਛ ਨਵੀਨਤਾ ਨਹੀਂ ਹੈ। ਕੁਝ ਦਿਨਾਂ ਤੋਂ ਉਦਾਸ ਮੈਂ ਉਸ ਨੂੰ ਜ਼ਰੂਰ ਦੇਖਿਆ ਸੀ, ਪਰ ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕਸ਼ੀ। ਹਕੀਮ ਮੋਮਨ ਖਾਨ ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਦੇ ਚੋਂ ਇੱਕ ਨਾਮਵਰ ਚੋਟੀ ਦਾ ਸ਼ਾਇਰ। एक मरने पे ही हो जिसकी उम्मीद, ना उम्मीदी उसकी देखा चाहिए। कहता है मेरी मायूसी देखो, आपां ते फैसला करी बैठे हां खुदकशी करनी है। एक मरने पे ही हो जिसकी उम्मीद, ना उम्मीदी उसकी देखा चाहिए। पर बात विच संभालदा हकीम सी, सियाणा सी, बुजुर्ग सी। अब तो घबरा के ये कहते हैं कि मर जाएंगे, पर मर के भी चैन न पाया तो किधर जाएंगे। कहता फिर किथे जावांगा। हकीम मोमन खान मोमन उस वक्त इस्लामी जगत दा चोटी दा कुरान शरीफ दा वक्त, बड़ा बुलंद पाया शायर, और जिन्हों बहादुर शाह जफर वक्त दा ये बादशाह हिंदुस्तान दा उस्ताद जी करके बुलांदा सी, हजरत करके बुलांदा सी, झुक के सलाम करदा सी उस भाई बुजुर्ग है, सियाणा है, उस्ताद है। कहंदे अब तो घबरा के ये कहते हैं कि मर जाएंगे, मर के भी चैन न पाया तो किधर जाएंगे। कहंदा मन किधरे भी नहीं टिकदा, किधरे भी नहीं टिकदा। समा हो गया। स्वामी रामानंदा बोल कहते ने कत जाइए रे, मन किथे जाए, घर लागो रंग, रंग लग गया। मेरा चितना चलत मन भयो पंग, मन पिंगला हो गया, मन दे पैर ही टूट गए, गल खत्म। भूतकाल दियां यादां खत्म, भविष्य दी चिंता खत्म, पैर ही टूट गए। मेरा चितना चलत मन भयो पंग, एक दिवस मन भई उमंग, घस चंदा चंदन छोआ बहुत सुगंध, पूजन चाली ब्रह्म ठाए, सो ब्रह्म बताए ओ गुरु मन ही माए। जिस ब्रह्म नूं लोकी तीर्थां ते लभदे ने, मंदिरां च लभदे ने, मंदिर मस्जिद गुरुद्वारियां च लभदे ने, कहंदे ने मैं अपने अंदर लभ लिया। यही गुरु अमरदास जी कहंदे ने, इस मन को कोई खोजो भाई, मन खोजत नाम नौनिध पाई। नौनिध अमृत प्रभ का नाम, देही में इसका विश्राम। मंदिर गया होया उसे दा सफल, जिसने जीवन नूं हरि मंदिर बना लिया। मस्जिद विच गया होया उसे दा सफल, जिहदी जिंदगी ही खाना खुदा बन गई। और गुरुद्वारे गया होया उसे दा सफल, जिसने अपने आप नूं गुरु दा रूप बना लिया, ते गुरु मान नाल कह दे मेरा अपना ही रूप है। खालसा मेरो रूप है खास, खालसे मैं हूं करो निवास, कत जाइए रे घल रागो रंग।
गालिब इसनों इंज बयान करता है, मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता। कहंदा टुटे पैरां दा बड़ा एहसान है, आपां टिक गए, भटकना मिट गए। गल समझ च आ गई है पर मैं हुण समझा नहीं सकता, समझा नहीं सकता। दुनिया के सारे संत भगतां ने कह दिता है अकथ है, जे हो जाना, जे मैं जान भी लिया आखा ना ही कहना नहीं। क्यों कहना कथन ना जाए, कथनी च नहीं आऊंगा। क्या हो कथी कथे कथ देखा, मैं अकथ ना कथना जाए। जिन्हें इस अगम्मी दुनिया नूं प्राप्त किया उसका कोई प्रत्यक्ष सबूत ना दे सके, और है भी नहीं। प्रत्यक्ष सबूत सीमत का होंदा, असीम का नहीं होंदा। जिन्हां ने उस अगम्मी दुनिया की झलक का आनंद माणिया वो कोई प्रत्यक्ष सबूत दे ना सके, ते जिन्हां नूं इस अगम्मी दुनिया की झलक ना मिली वो बड़े प्रबल झूठे सबूत इकट्ठे करके धुआंधार तकरीरां दे राही नास्तिकता नूं जन्म दे गए। मैं एक दफा फिर दोहरावां ते समाप्ति करां, कार्ल मार्क्स दे विचारां तो वक्ती तौर ते अद्धी दुनिया प्रभावित हो गई सी। चाइना, टैंजानिया, कोरिया, लाओस, कंबोडिया, चेकोस्लोवाकिया, बल्गारिया, पोलैंड, अद्धा जर्मनी, पूरा रशिया, ये सारा उस तो प्रभावित हो गया सी। इतनी दुनिया किसी वड्डे तो वड्डे पैगंबर तो भी प्रभावित नहीं हुई, क्योंकि पैगंबरां दी गल अंतर्मुखी है, ओदी गल सिर्फ बाहरमुखी सी, बाहरमुखी सी। और जद कदी कोई मनुख पूर्ण तौर पर अंतर्मुखी हो जाता है वही भगत है। ते भगती की जो रूपरेखा धन गुरु ग्रंथ साहिब जी महाराज की बाणी चित्र दी मैं फिर कल थोड़े सामने रखने की कोशिश करांगा। समा हो गया। साहिब रहमत करन, बख्शिश करन, सानू उस अगम्य अवस्था की झलक देन जिस झलक का धन गुरु नानक देव जी महाराज की बाणी जिक्र कर दिए। हुण आप गुरबाणी का एक शब्द कीर्तन दे राही सरवण करो। आनंद साहिब का पाठ, भुल चुक दी क्षमा। वाहिगुरू जी का खालसा, वाहिगुरू।